गुरबाणी कहे सेवक जन मानैं। परतख गुरु निस्तारै, बाणी बिरलो विचारसी। जे को गुरमुख होए, एह बाणी महापुरख की। निज कर वासा होए, सलोक महला तीजा। अंदर कपट सदा दुख है, मन मुख ध्यान न लागे। दुख विच कार कमामणी, दुख वरतै दुख आगे। करमी सतगुर भेटियै, तां सच नाम लिव लागे। नानक सहज सुख होए, अंदरों भ्रम पौ भागै। महला तीजा। गुरमुख सदा हर रंग है, हर का नाम मन पाया। गुरमुख वेखन बोलना, नाम जपत सुख पाया। नानक गुरमुख ज्ञान परगासिया, तिमर अज्ञान अंधेर चुकाया। महला तीजा। मन मुख मैले मरें गवार, गुरमुख निर्मल हर राखिया उर तार। पनत नानक सुनो जन पाई, सतगुर सेविहो हाँ मैं मल जाई। अंदर संसार दुख व्यापे, सिर तंदा नित मार। दूजै पाए सूते, कबहु ना जागै। माया मोह प्यार, नाम न चेतै। शब्द ना विचारै, एह मन मुख का विचार। हर नाम न पाया, बिरथा जन्म गवाया। नानक जम मार करे खोआर पौड़ी
ਜਿਸਨੂੰ ਹਰ ਭਗਤ ਸਚ ਬਖਸ਼ੀਅਨ ਸੋ ਸੱਚਾ ਸ਼ਾਹ ਤਿਸ ਕੀ ਮੁਹਤਾਜੀ ਲੋਕ ਕੱਢਦਾ ਹੋਰਤ ਹਟ ਨਾ ਵਥ ਨਾ ਵਿਸਾ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਏ ਵੇ ਮੁਖ ਭਸ ਪਹਾ ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ ਜਮ ਜਾਗਾਤੀ ਤਿਨਾ ਨੇੜ ਨ ਜਾਹਾ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੇ ਪਰਵਾਹ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਕੀ ਵਾਰ ਦੀ 7ਵੀਂ ਪੌੜੀ ਅਤੇ ਉਸ ਦੇ ਨਾਲ ਸੰਬੰਧਿਤ ਜੋ 3 ਸ਼ਲੋਕ ਨੇ ਇਸ ਦੀ ਵਿਚਾਰ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਮੁਖੀ ਪੰਥਕ ਸੇਵਾ ਲਹਿਰ ਆਪ ਜੀ ਨੂੰ ਸਰਵਣ ਕਰਵਾਉਣਗੇ। 3 ਦਿਨ ਦਾ ਉਹਨਾਂ ਦਾ ਸਾਡੇ ਪਾਸ ਸਮਾਂ ਸੀ। ਅੱਜ ਤੀਸਰਾ ਦਿਨ ਹੈ ਔਰ ਹੋਲੇ ਮਹੱਲੇ ਦਾ ਜੋ ਪਾਵਨ ਪੁਰਬ ਗੁਰਦੁਆਰਾ ਦਮਦਮਾ ਸਾਹਿਬ ਮਨਾਇਆ ਜਾ ਰਿਹਾ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ। ਅੱਜ ਉੱਥੇ ਦੀਵਾਨ ਸਜਣੇ ਹਨ। ਉੱਥੇ ਵੀ ਸਤਿਕਾਰਯੋਗ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸ਼ਬਦ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਉਣਗੇ। ਸੋ ਸੰਗਤਾਂ ਵੱਲੋਂ ਸਟਾਫ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਕੱਲ ਗੁਰਦੁਆਰਾ ਸੀਸਗੰਜ ਸਾਹਿਬ ਜੀ ਦਾ ਜੋ ਲੰਗਰ ਹਾਲ ਹੈ ਉਸ ਦਾ ਨਾਮ ਮਹਾਨ ਕੁਰਬਾਨੀ ਵਾਲੇ ਸਿੱਖ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਗੁਰੂ ਕਲਗੀਧਰ ਪਿਤਾ ਜੀ ਨੇ ਆਪਣੇ ਸੀਨੇ ਨਾਲ ਲਾਇਆ ਸੀ, ਸਨਮਾਨਿਆ ਸੀ। ਉਹਨਾਂ ਦੇ ਨਾਮ ਤੇ ਉਹ ਲੰਗਰ ਹਾਲ ਦਾ ਨਾਂ ਰੱਖਿਆ ਜਾਣਾ ਹੈ ਔਰ ਇਹਦੇ ਵਾਸਤੇ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ। ਸੋ ਅੱਜ ਦਮਦਮਾ ਸਾਹਿਬ ਅਤੇ ਕੱਲ ਫਿਰ ਸੀਸਗੰਜ ਸਾਹਿਬ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸੇਵਕ ਹੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ।
ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਵਿਸ਼ਨ ਸਿਰੈ ਤੈ ਅਗਣਤ, ਤਨ ਕੋ ਮੋਹ ਭਇਆ ਮਨ ਮਦ ਕਾ। 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕਉ ਤਦ ਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਏਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸਜ ਕਰਕੇ ਔਰ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਵੱਖ-ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਇਸ ਪਾਵਨ ਗੁਰਦਰਬਾਰ ਦੇ ਨਿਤਨੇਮ ਕਥਾ ਕੀਰਤਨ ਦੇ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਾਰੇ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਸਤਿਕਾਰ ਨਾਲ ਸਾਰੀਆਂ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਮਿਲ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਕੀਤੀ ਹੈ ਸਤਿਗੁਰਾਂ ਨੇ। ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿਤਨੇਮ, ਗੁਰਬਾਣੀ ਦੇ ਕੀਰਤਨ, ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨਾਲ ਜੁੜਨ ਦਾ ਸਾਨੂੰ ਸੁਨਹਿਰੀ ਸਮਾਂ ਪ੍ਰਾਪਤ ਹੋ ਰਿਹਾ। ਸਤਿਗੁਰਾਂ ਦੇ ਪਾਵਨ ਬਚਨ ਨੇ ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ। ਉਹ ਘੜੀਆਂ ਸੋਭ ਨੀਗਣੇ ਸੁਲੱਖਣੀਆਂ ਨੇ ਜਿਹੜੀਆਂ ਸਤਿਗੁਰ ਦੇ ਨਾਲ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਬਤੀਤ ਹੁੰਦੀਆਂ ਨੇ। ਸਤਿਗੁਰਾਂ ਦੇ ਗੁਰਸਿੱਖ ਭਾਈ ਆਨੰਦ ਲਾਲ ਜੀ ਬਚਨ ਕਰਦੇ, ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਚ ਗੁਜਰੇ ਪੈਂਦੀ ਮੁਜਰੇ। ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਸਨੀਲੇ ਹੁਜਰੇ ਸਾਂਝ ਦੇ ਫਜਰੇ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਸੇਵਾ ਸਿਮਰਨ ਨਾਲ ਜੁੜ ਕੇ ਬਤੀਤ ਕੀਤਾ ਹੋਇਆ ਸਮਾਂ ਸਾਡਾ ਲੇਖੇ ਵਿੱਚ ਹੈ। ਸਰਕਾਰੇ ਕੋਲੇ ਆਲਮ ਹਜੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਤਾ ਗੱਦੀ ਉੱਪਰ ਸੁਭਾਇਮਾਨ 10 ਪਾਤਸ਼ਾਹੀਆਂ ਦੀ ਆਤਮਿਕ ਜੋਤ, ਨਾਥਾਂ ਦੇ ਨਾਥ, ਪੀਰਾਂ ਦੇ ਪੀਰ, ਵਲੀਆਂ ਦੇ ਵਲੀ, ਬਾਬਿਆਂ ਦੇ ਬਾਬੇ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਸਰਬ ਮਨੁੱਖਤਾ ਦੇ ਸਾਂਝੇ ਰਹਿਬਰ, ਸਰਬ ਮਾਨਵਤਾ ਦੇ ਮਾਰਗ ਦਰਸ਼ਕ, ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਕਥਾ ਔਰ ਕੀਰਤਨ ਨਾਲ ਜੁੜਨ ਦਾ ਸੁਭਾਗ ਸਮਾਂ। ਗੁਰਮੁਖ ਪਿਆਰੇ ਰਾਗੀ ਸਿੰਘ ਸਹਿਬਾਨਾਂ ਦੀ ਰਸਨਾ ਤੋਂ ਆਪ ਜੀ ਨੇ ਰਸ ਭਿੰਨਾ ਕੀਰਤਨ ਸਰਵਣ ਕੀਤਾ।
ਸਤਿਗੁਰਾਂ ਦੇ ਪਾਵਨ ਵਾਕ ਹਨ, ਕਲਯੁਗ ਮਹਿ ਕੀਰਤਨ ਪ੍ਰਧਾਨਾ। ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹ ਪਤ ਸਿਉ ਜਾਇਂਦਾ। ਬਹੁਤ ਵੱਡਾ ਮਹਾਤਮ ਹੈ ਸਤਿਗੁਰਾਂ ਦੇ ਕੀਰਤਨ ਦਾ, ਸਤਿਗੁਰ ਦੀ ਸਿਫਤ ਸਲਾਹ ਦਾ, ਸਤਿਗੁਰ ਦੀ ਵਡਿਆਈ ਦਾ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਕੀਰਤਨ ਔਰ ਕਥਾ ਦਾ ਬਹੁਤ ਵੱਡਾ ਮਹਾਤਮ ਗੁਰ ਦਰਬਾਰ ਵਿੱਚ ਸਤਿਗੁਰਾਂ ਨੇ ਦਰਸਾਇਆ। ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜ ਕੇ, ਉਸ ਵੱਡੇ ਦੀਆਂ ਵਡਿਆਈਆਂ ਨਾਲ ਜੁੜ ਕੇ ਸਾਡੇ ਲੋਕ ਪਰਲੋਕ ਦੇ ਦੁੱਖ ਖਤਮ ਹੋ ਜਾਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਦੇ ਆ। ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਸਾਨੂੰ ਉਹ ਦਾਤਾਂ ਪ੍ਰਾਪਤ ਹੋ ਜਾਂਦੀਆਂ ਜਿਹੜੀਆਂ ਹੋਰ ਕਿਸੇ ਯਤਨਾਂ ਦੇ ਦੁਆਰਾ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹੋਰ ਜਿਨੇ ਮਰਜੀ ਪੁਨਹ ਆਚਰਨ ਕਰ ਲਵੇ, ਮਨੁੱਖ ਦਾ ਪਾਰ ਉਤਾਰਾ ਨਹੀਂ, ਉਸ ਦਾਤ ਦੀ ਬਖਸ਼ਿਸ਼ ਨਹੀਂ ਹੁੰਦੀ। ਵੇਦ ਦਾ ਵੀ ਸਿਧਾਂਤ ਹੈ, ਗੁਰਮੁਖ ਪਿਆਰਿਓ ਜਤ ਫਲਮ ਨਾਥਸੀ ਤਪਸਾ, ਨਹਿ ਜੋਗੇ ਨ ਸਮਾਧੀ ਨ, ਤਤ ਫਲਮ ਲਭਿਆ ਤੇ ਸਮਯ ਕਲੂ ਕੇਸ਼ਵ ਕੀਰਤਨਾਥ। ਵੇਦ ਦਾ ਵੀ ਸਿਧਾਂਤ ਹੈ, ਵੇਦ ਕਹਿੰਦਾ ਕਿ ਜਿਹੜਾ ਮਨੁੱਖ ਕਲਯੁਗ ਦੇ ਅੰਦਰ ਬਹੁਤ ਸਾਰੀ ਤਪੱਸਿਆ ਕਰਕੇ ਜਿਸ ਫਲ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਜਦੋਂ ਮਨੁੱਖ ਇਕੱਲਾ ਬੈਠ ਕੇ ਤਪ ਕਰਦਾ ਤੇ ਹੰਕਾਰ ਜਿਹੜਾ ਉਹ ਗੁਰਮੁਖ ਪਿਆਰਿਓ ਗਰਸ ਲੈਂਦਾ ਕਿ ਮੇਰੇ ਵਰਗਾ ਤਪਸਵੀ ਕੋਈ ਨਹੀਂ, ਮੈਂ ਬੜਾ ਤਪ ਸਾਧ ਰਿਹਾ, ਮੈਂ ਬੜਾ ਤਪਸਵੀ ਹਾਂ। ਵੇਦ ਕਹਿੰਦਾ ਜਿਹੜਾ ਫਲ ਤਪੱਸਿਆ ਦੇ ਨਾਲ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ, ਯੋਗ ਸਾਧਨਾਵਾਂ ਦੇ ਨਾਲ ਪ੍ਰਾਪਤ ਨਹੀਂ ਹੋ ਸਕਦਾ, ਭਾਵੇਂ ਕਿ ਬੜੇ ਔਖੇ ਕਾਰਜ ਜਾਂ ਤਪੱਸਿਆ ਕਰਨੀ ਕੋਈ ਆਮ ਬਾਤ ਨਹੀਂ, ਬੜੀ ਔਖੀ ਬਾਤ ਹੈ। ਯੋਗ ਸਾਧਨਾਵਾਂ ਕਰਨੀਆਂ, ਹਠ ਯੋਗ ਕਰਮ ਯੋਗ ਬੜੀ ਔਖੀ ਬਾਤ ਹੈ। ਪਰ ਵੇਦ ਕਹਿੰਦਾ ਜਿਹੜਾ ਫਲ ਤੈਨੂੰ ਇਹਨਾਂ ਚੀਜ਼ਾਂ ਨਾਲ ਪ੍ਰਾਪਤ ਨਹੀਂ ਹੁੰਦਾ, ਨਾ ਸਮਾਧੀ ਨਾ, ਸਮਾਧੀ ਲਾਉਣੀ ਬਹੁਤ ਔਖੀ ਬਾਤ ਹੈ। ਸਮਾਧੀ ਦੇ ਖਾਟੇ ਅੰਗ 6 ਅੰਗ ਧਰਮ ਗ੍ਰੰਥਾਂ ਵਿੱਚ ਕਥਨ ਕੀਤੇ ਹੈ। ਸਮਾਧੀ ਇਹ ਨਹੀਂ ਕਿ ਅੱਖਾਂ ਬੰਦ ਕੀਤੀਆਂ, ਸਾਧ ਵੇਸ ਪਲਾਥੀ ਮਾਰ ਕੇ ਬੈਠ ਗਿਆ ਤੇ ਸਮਾਧੀ ਲੱਗੀ ਹੈ। ਜਦੋਂ ਸਮਾਧੀ ਬਾਰੇ ਧਰਮ ਗ੍ਰੰਥਾਂ ਵਿੱਚ ਪੜ੍ਹਦੇ ਹਾਂ ਤੇ ਸਮਾਧੀ ਦੇ ਖਾਟੇ ਅੰਗ, ਫਿਰ ਜਾ ਕੇ ਗੁਰਮੁਖ ਪਿਆਰਿਓ ਸਮਾਧੀ ਦੀ ਬਾਤ ਚੱਲਦੀ ਹੈ। ਪਰ ਵੇਦ ਕਹਿੰਦਾ ਜਿਹੜਾ ਫਲ ਨਾ ਤਾਂ ਤੈਨੂੰ ਤਪੱਸਿਆ ਨਾ ਪ੍ਰਾਪਤ ਹੋਵੇ, ਨਾ ਯੋਗ ਸਾਧਨਾਵਾਂ ਦੇ ਨਾਲ, ਨਾ ਤਪੱਸਿਆ ਦੇ ਨਾਲ ਤੈਨੂੰ ਕਲਯੁਗ ਦੇ ਅੰਦਰ ਪ੍ਰਾਪਤ ਹੋਵੇ, ਤਤ ਫਲਮ ਲਭਿਆ ਤੇ ਸਮਯ ਕਲੂ ਕੇਸ਼ਵ ਕੀਰਤਨਾਸ, ਉਹੀ ਤੈਨੂੰ ਬ੍ਰਹਮ ਗਿਆਨ ਦਾ ਫਲ, ਆਤਮਿਕ ਆਨੰਦ ਦਾ ਫਲ, ਆਤਮਾ ਪਰਮਾਤਮਾ ਦੇ ਮਿਲਾਪ ਦਾ ਫਲ ਜਿਹੜਾ ਕਲਯੁਗ ਦੇ ਅੰਦਰ ਉਹ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਜੁੜ ਕੇ ਬਹੁਤ ਜਲਦੀ ਪ੍ਰਾਪਤ ਹੋ ਜਾਂਦਾ ਹੈ। ਗੱਜ ਕੇ ਆਖੋ ਸਤਿਨਾਮ। ਤਤ ਫਲਮ ਲਭਿਆ ਤੇ ਸਮਯਕ, ਉਹ ਫਲ ਤੈਨੂੰ ਬਹੁਤ ਜਲਦੀ ਦੇ ਨਾਲ ਪ੍ਰਾਪਤ ਹੋ ਜਾਂਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰ ਰਹੇ ਆ। ਗੁਰ ਦਰਬਾਰ ਦੇ ਅੰਦਰ ਕੀਰਤਨ ਦੇ ਪ੍ਰਵਾਹ, ਕਥਾ ਦੇ ਪ੍ਰਵਾਹ ਚੱਲਦੇ, ਅਸੀਂ ਕਥਾ ਕੀਰਤਨ ਦੇ ਨਾਲ ਜੁੜ ਕੇ ਉਸ ਬ੍ਰਹਮ ਗਿਆਨ ਦੇ ਫਲ ਨੂੰ ਪ੍ਰਾਪਤ ਕਰਨਾ, ਆਤਮਾ ਪਰਮਾਤਮਾ ਦੇ ਮਿਲਾਪ ਦੇ ਫਲ ਨੂੰ ਪ੍ਰਾਪਤ ਕਰਨਾ, ਜੀਵਨ ਦੀ ਸਫਲਤਾ ਦੇ ਫਲ ਨੂੰ ਪ੍ਰਾਪਤ ਕਰਨਾ। ਗੁਰੂ ਚਰਨਾਂ ਵਿੱਚ ਜੁੜ ਕੇ ਰੋਜ਼ਾਨਾ ਜੁੜਦੇ ਹਾਂ ਗੁਰ ਦਰਬਾਰ ਦੇ ਵਿੱਚ। ਵਡਭਾਗੀ ਸੰਗਤਾਂ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਗੁਰੂ ਦੇ ਦੁਆਰੇ ਚੱਲ ਕੇ ਆਉਂਦੀਆਂ, ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਦੀਆਂ, ਸਿੱਖ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਧਨ ਭਾਗ ਬਣਾਉਂਦੀਆਂ। ਬਹੁਤ ਸਾਰੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਹੀ ਇਸ ਪਾਵਨ ਦਰਬਾਰ ਦੇ ਕਥਾ ਕੀਰਤਨ ਦੇ ਨਾਲ ਜੁੜ ਕੇ ਆਪਣੇ ਵੱਡੇ ਭਾਗ ਬਣਾਉਂਦੀਆਂ ਨੇ। ਆਓ ਗੁਰਮੁਖ ਪਿਆਰਿਓ, ਜਿੱਥੇ ਰੋਜ਼ਾਨਾ ਅਸੀਂ ਗੁਰੂ ਦਰਬਾਰ ਵਿੱਚ ਕਥਾ ਸੁਣਦੇ ਹਾਂ, ਗੁਰਬਾਣੀ ਦਾ ਕੀਰਤਨ ਸੁਣਦੇ ਹਾਂ, ਗੁਰਬਾਣੀ ਦਾ ਨਿਤਨੇਮ ਪੜ੍ਹਦੇ ਸੁਣਦੇ ਹਾਂ, ਅੱਜ ਗੁਰਮੁਖ ਪਿਆਰਿਓ ਹੋਲੇ ਮਹੱਲੇ ਦਾ ਦਿਨ ਵੀ ਸਿੱਖ ਜਗਤ ਦੇ ਅੰਦਰ ਮਨਾਇਆ ਜਾ ਰਿਹਾ। ਮੈਂ ਆਪਣੇ ਵੱਲੋਂ, ਆਪਣੀ ਸਮੁੱਚੀ ਜਥੇਬੰਦੀ ਵੱਲੋਂ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ, ਦੁਨੀਆ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਇਸ ਖਾਲਸਾਈ ਜਾਹੋ ਜਲਾਲ ਦੇ ਦਿਨ ਹੋਲੇ ਮਹੱਲੇ ਦੀ ਲੱਖ ਲੱਖ ਮੁਬਾਰਕ ਦਿੰਦਾ, ਕੋਟ ਕੋਟ ਮੁਬਾਰਕ ਦਿੰਦਾ। ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ। ਜਿਵੇਂ ਸਨਾਤਨ ਮਤ ਦੇ ਅੰਦਰ
ਸਾਡੇ ਹਿੰਦੂ ਵੀਰ ਹੋਲੀ ਦਾ ਤਿਉਹਾਰ ਮਨਾਉਂਦੇ ਹੈ। ਮੁਬਾਰਕ ਹੈ ਉਹਨਾਂ ਨੂੰ ਗੁਰਮੁਖ ਪਿਆਰਿਓ ਉਹਨਾਂ ਦਾ ਤਿਉਹਾਰ। ਜਿਵੇਂ ਸਾਡੇ ਮੁਸਲਮਾਨ ਵੀਰ ਈਦ ਮੁਬਾਰਕ ਦਾ ਦਿਨ ਮਨਾਉਂਦੇ ਹੈ, ਮੁਬਾਰਕ ਹੈ ਉਹਨਾਂ ਨੂੰ ਈਦ ਮੁਬਾਰਕ ਦਾ ਦਿਨ। ਪਰ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਤਿਉਹਾਰ ਦਿੱਤੇ ਹੈ, ਜੋ ਸਾਨੂੰ ਗੁਰਮੁਖ ਪਿਆਰਿਓ ਐਸੀਆਂ ਬਖਸ਼ਿਸ਼ਾਂ ਕੀਤੀਆਂ, ਖਾਲਸਾਈ ਜਾਹੋ ਜਲਾਲ ਦਾ ਦਿਨ ਹੋਲਾ ਮਹੱਲਾ, ਮੈਂ ਇਸ ਦੀ ਵੀ ਲੱਖ ਲੱਖ ਮੁਬਾਰਕ ਆਪ ਸੰਗਤਾਂ ਨੂੰ ਦਿੰਦਾ ਹਾਂ। ਲੜੀਵਾਰ ਗੁਰਬਾਣੀ ਦੀ ਕਥਾ ਆਪ ਰੋਜ਼ਾਨਾ ਸਰਵਣ ਕਰਦੇ ਹੋ। ਆਪਾਂ ਗੁਰਬਾਣੀ ਦੀ ਕਥਾ ਵਿਚਾਰ ਨਾਲ ਵੀ ਜੁੜਨਾ, ਪਰ ਹੋਲੇ ਮਹੱਲੇ ਬਾਬਤ ਵੀ ਮੈਂ 2-4 ਬਚਨ ਆਪ ਸੰਗਤਾਂ ਨਾਲ ਸਾਂਝੇ ਕਰਨੇ ਚਾਹੁੰਦਾ। 1699 ਦੀ ਵਿਸਾਖੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਹੁਕਮ ਦੇ ਅੰਦਰ ਖਾਲਸਾ ਪੰਥ ਦੀ ਸਿਰਜਣਾ ਕੀਤੀ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਅੰਦਰ ਪੰਥ ਸਾਜਿਆ, ਸਾਜ ਕੇ ਨਵਾਜਿਆ। ਔਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਹੋਲੇ ਮਹੱਲੇ ਦਾ ਤਿਉਹਾਰ ਜਿਹੜਾ ਸੀ, ਇਹ ਹੋਲੇ ਮਹੱਲੇ ਦਾ ਦਿਨ ਸਤਿਗੁਰਾਂ ਨੇ, ਜੇ ਆਪਾਂ ਹੋਲੇ ਮਹੱਲੇ ਦੇ ਸ਼ਬਦ ਵੱਲ ਵੀ ਵਧੀਏ ਤੇ ਗੁਰਮੁਖ ਪਿਆਰਿਓ, ਹੋਲੇ ਦਾ ਅਰਥ ਜਿਹੜਾ ਸਿੱਖ ਜਗਤ ਦੇ ਵਿਦਵਾਨਾਂ ਨੇ ਦਿੱਤਾ ਉਹ ਹੈ ਹੱਲੇ ਦਾ ਜ਼ਿਕਰ, ਜੰਗ ਦਾ ਜ਼ਿਕਰ, ਯੁੱਧ ਦਾ ਜ਼ਿਕਰ। ਔਰ ਮਹੱਲੇ ਦਾ ਜਿਹੜਾ ਗੁਰਮੁਖ ਪਿਆਰਿਓ ਅਰਥ ਕੀਤਾ ਉਹ ਹੈ ਸਥਾਨ, ਜਗ੍ਹਾ, ਤੇ ਅਰਥ ਬਣਦਾ ਜੰਗ ਦਾ ਮੈਦਾਨ, ਰਣ ਦਾ ਮੈਦਾਨ, ਯੁੱਧ ਦਾ ਮੈਦਾਨ, ਜਿੱਥੇ ਸੂਰਮੇ ਜੰਗੀ ਜ਼ੌਰ ਕਰਦੇ ਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 5 ਕਿਲਿਆਂ ਦਾ ਨਿਰਮਾਣ ਕੀਤਾ। ਜਿਵੇਂ ਆਨੰਦਗੜ੍ਹ ਦਾ ਕਿਲਾ, ਸ੍ਰੀ ਕੇਸਗੜ੍ਹ ਸਾਹਿਬ ਦਾ ਕਿਲਾ ਗੁਰਮੁਖ ਪਿਆਰਿਓ, ਤਾਰਾਗੜ੍ਹ ਔਰ ਹੋਲਗੜ੍ਹ। ਔਰ ਜਿਹੜਾ ਹੋਲਗੜ੍ਹ ਦਾ ਕਿਲਾ ਸੀ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਖਾਲਸਾਈ ਜਾਹੋ ਜਲਾਲ ਵਾਸਤੇ ਜਿਹੜਾ ਸੀ ਇੱਕ ਸਮਾਂ, ਇੱਕ ਦਿਨ ਮਿਥਿਆ ਕਿ ਜਿਸ ਵੇਲੇ ਸਿੱਖ ਉਸ ਜਗ੍ਹਾ ਤੇ ਆਪੋ ਆਪਣੇ ਸ਼ਾਸਤਰਾਂ ਦੇ ਜ਼ੋਰ ਦਿਖਾਉਣ, ਤੇ ਜਿਹੜੇ ਵਧੀਆ ਜ਼ੋਰ ਦਿਖਾਉਂਦੇ ਸਨ, ਨਕਲੀ ਜੰਗ ਦਾ ਨਿਰਮਾਣ ਕੀਤਾ ਜਾਂਦਾ ਸੀ। 2 ਧਿਰਾਂ ਦੇ ਅੰਦਰ ਫੌਜਾਂ ਨੂੰ ਵੰਡ ਕੇ ਉਹਨਾਂ ਤੋਂ ਜੰਗ ਕਰਵਾਈ ਜਾਂਦੀ, ਤੇ ਜਿਹੜੇ ਯੋਧੇ ਵਧੀਆ ਜ਼ੋਰ ਦਿਖਾਉਂਦੇ ਸ਼ਾਸਤਰਾਂ ਦੇ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਸਰੋਪੋ ਸਨਮਾਨ ਦੇ ਨਾਲ ਸਨਮਾਨਦੇ ਸਨ, ਵੱਡੇ ਮਰਾਤਬਿਆਂ ਦੇ ਨਾਲ ਸਨਮਾਨਦੇ ਸਨ, ਜਿਹੜੇ ਵਧੀਆ ਜ਼ੋਰ ਦਿਖਾਉਂਦੇ ਸਨ, ਵਧੀਆ ਕਲਾ ਦਾ ਪ੍ਰਦਰਸ਼ਨ ਕਰਦੇ ਸਨ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਹੋਲਾ ਮਹੱਲਾ, ਇਹ ਹੋਲਗੜ੍ਹ ਦਾ ਕਿਲਾ, ਇਹ ਖਾਲਸੇ ਨੂੰ ਖਾਲਸਾਈ ਜਾਹੋ ਜਲਾਲ ਸ਼ਸਤਰ ਵਿਦਿਆ ਦੇ ਵਾਸਤੇ, ਕਿਉਂਕਿ ਸਤਿਗੁਰਾਂ ਨੇ ਸਿੱਖ ਨੂੰ ਸ਼ਸਤਰ ਬਖਸ਼ੇ ਹੈ, ਸ਼ਸਤਰ ਧਾਰੀ ਬਣਾਇਆ, ਮੀਰੀ ਪੀਰੀ ਦਾ ਸਿਧਾਂਤ ਦਿੱਤਾ, ਸੰਤ ਤੇ ਸਿਪਾਹੀ ਬਣਾਇਆ, ਮਾਲਾ ਤੇ ਤਲਵਾਰ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਲ ਬਖਸ਼ਿਆ। ਔਰ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਵੀ ਸਤਿਗੁਰ ਨੇ ਸੰਤ ਤੇ ਸਿਪਾਹੀ ਦਾ ਕਨਸੈਪਟ ਦਿੱਤਾ, ਭਗਤੀ ਤੇ ਸ਼ਕਤੀ ਦਾ ਕਨਸੈਪਟ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਨੇ। ਔਰ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਜਦੋਂ ਸ਼ਸਤਰ ਧਾਰੀ ਸਤਿਗੁਰ ਨੇ ਬਣਾਇਆ, ਫਿਰ ਸ਼ਸਤਰਾਂ ਦੇ ਜ਼ੋਰ ਵੇਖਣੇ, ਕਿਉਂਕਿ ਸ਼ਸਤਰਾਂ ਤੋਂ ਬਿਨਾਂ ਵੀ ਸੰਸਾਰ ਦੇ ਅੰਦਰ ਗੁਰਮੁਖ ਪਿਆਰਿਓ ਦੁਨੀਆ ਮੰਨਦੀ ਨਹੀਂ। ਆਪਣੀ ਸਵੈ ਰੱਖਿਆ ਦੇ ਵਾਸਤੇ ਔਰ ਦੂਸਰਿਆਂ ਦੀ ਰੱਖਿਆ ਵਾਸਤੇ, ਆਪਣੇ ਧਰਮ, ਕੌਮ, ਦੇਸ਼ ਦੀ ਰਾਖੀ ਵਾਸਤੇ ਸ਼ਸਤਰਾਂ ਦੀ ਲੋੜ ਪੈਂਦੀ ਹੈ। ਸ਼ਸਤਰਾਂ ਦੇ ਨਾਲ ਹੀ ਅਸੀਂ ਆਪਣੇ ਪਰਿਵਾਰ ਦੀ, ਆਪਣੇ ਦੇਸ਼ ਦੀ, ਕੌਮ ਦੀ ਰਾਖੀ ਕਰਦੇ ਹਾਂ। ਸ਼ਸਤਰ ਉਠਾਉਣੇ, ਜਿਸ ਵੇਲੇ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ, ਸ੍ਰੀ ਜਫਰਨਾਮਾ ਸਾਹਿਬ ਜਦੋਂ ਪੜ੍ਹਦੇ ਆ ਕਿ ਜਦੋਂ ਸਾਰੇ ਵਕੀਲਾਂ, ਅਪੀਲਾਂ, ਦਲੀਲਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ, ਕੋਈ ਇਨਸਾਫ ਦੀ ਆਸ ਨਹੀਂ, ਉਸ ਵੇਲੇ ਹੱਥ ਹਥਿਆਰ ਤੇ ਜਾਣਾ ਜਾਇਜ਼ ਆ, ਉਸ ਵੇਲੇ ਹੱਥ ਤਲਵਾਰ ਤੇ ਜਾਣਾ ਜਾਇਜ਼ ਆ, ਉਸ ਵੇਲੇ ਹੱਥ ਜਿਹੜਾ ਸ਼ਸਤਰ ਤੇ ਜਾਣਾ ਜਾਇਜ਼ ਆ। ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਅਸੀਂ ਪੜ੍ਹਦੇ ਸੁਣਦੇ, ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਸਮ ਸੀਰੇ ਦਸ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਵੇਲੇ ਸਾਰੇ ਵਕੀਲਾਂ, ਅਪੀਲਾਂ, ਦਲੀਲਾਂ ਦੇ ਦਰਵਾਜ਼ੇ ਬੰਦ ਹੋ ਜਾਣ, ਉਸ ਵੇਲੇ ਤੇਰਾ ਹੱਥ ਤਲਵਾਰ ਤੇ ਜਾਣਾ ਜਾਇਜ਼ ਹੈ। ਹਥਿਆਰ ਉਠਾ ਕੇ ਫਿਰ ਤੂੰ ਆਪਣੀ ਔਰ ਦੂਸਰਿਆਂ ਦੀ ਰੱਖਿਆ ਕਰਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਦਾ ਇਹ ਸਿਧਾਂਤ ਹੈ। ਪਹਿਲੇ ਮਤਾਂ ਮਤਾਂਤਰਾਂ ਦੇ ਅੰਦਰ ਐਸੇ ਸਿਧਾਂਤ ਦੀ ਬਾਤ ਨਹੀਂ ਸੀ। ਇਹ ਸਿੱਖ ਜਗਤ ਦੇ ਅੰਦਰ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ।
ਪਹਿਲੇ ਮਤਾਂ ਮਤਾਂਤਰਾਂ ਦੇ ਜ਼ਿਆਦਾ ਸਿਧਾਂਤ ਸਨ ਕਿ ਜੇ ਕੋਈ ਸੱਜੇ ਪਾਸੇ ਚਪੇੜ ਮਾਰਦਾ ਤੇ ਖੱਬਾ ਪਾਸਾ ਮੂਹਰੇ ਕਰ ਦਿਓ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹਦੇ ਨਾਲ ਬੁਝਦਿਲਤਾ, ਡਰਪੋਕਤਾ, ਕਾਇਰਤਾ ਆ ਜਾਵੇਗੀ। ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ, ਕਿਉਂਕਿ ਦੁਸ਼ਮਣ ਮੰਨਦਾ ਨਹੀਂ, ਇਸ ਤਰੀਕੇ ਦੇ ਨਾਲ ਵਿਰੋਧੀ ਮੰਨਦਾ ਨਹੀਂ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਸ ਵੇਲੇ ਦੱਖਣ ਦੀ ਧਰਤੀ ਨੂੰ ਜਾਂਦਿਆਂ ਦਾਦੂ ਦੁਆਰੇ ਰੁਕੇ, ਅੱਜ ਉੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਬਹੁਤ ਸੁੰਦਰ ਸਥਾਨ ਬਣਿਆ ਔਰ ਕਾਰ ਸੇਵਾ ਵਾਲੇ ਮਹਾਂਪੁਰਖ ਉਸ ਸਥਾਨ ਦਾ ਨਿਰਮਾਣ ਕਰਾ ਰਹੇ। ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਬੜੇ ਪਿਆਰ ਵਾਲੇ ਗੁਰਮੁਖ ਜਥੇਦਾਰ ਬੂਟਾ ਸਿੰਘ ਉੱਥੇ ਸੇਵਾ ਕਰਦੇ ਆ। ਸੰਗਤਾਂ ਇਲਾਕੇ ਦੀਆਂ ਭਾਵੇਂ ਘੱਟ ਗਿਣਤੀ ਵਿੱਚ ਸਿੱਖ ਸੰਗਤਾਂ ਨੇ, ਦੂਦੂ ਦਾ ਇਲਾਕਾ ਨੇੜੇ ਪੈਂਦਾ, ਪਰ ਸੰਗਤਾਂ ਉੱਥੇ ਸੇਵਾ ਕਰਦੀਆਂ ਔਰ ਜੈਪੁਰ ਤੋਂ ਦੂਰ ਦਰਾਡਿਆਂ ਤੋਂ ਸੰਗਤਾਂ ਜਾਂਦੀਆਂ। ਪਿਛਲੇ ਸਮੇਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦੀਵਾਨ ਸਨ ਔਰ ਹੈਦਰਾਬਾਦ ਦੀ ਧਰਤੀ ਤੇ ਦੀਵਾਨ ਸਨ। ਅਸੀਂ ਦਰਸ਼ਨ ਦਿਦਾਰੇ ਕਰਨ ਵਾਸਤੇ ਗਏ ਤਾਂ ਉੱਥੇ ਗੁਰਦੁਆਰਾ ਦਾਦੂ ਦੁਆਰਾ ਵਿਖੇ ਚਰਨ ਕਮਲ ਸਾਹਿਬ ਵਿਖੇ ਰੁਕਣਾ ਕੀਤਾ ਔਰ ਉੱਥੇ ਦਾ ਇਤਿਹਾਸ ਮੈਂ ਪਹਿਲਾਂ ਵੀ ਕਈ ਵਾਰ ਦਰਸ਼ਨ ਕਰਦਿਆਂ ਉੱਥੇ ਦਾ ਇਤਿਹਾਸ ਪੜ੍ਹਿਆ ਔਰ ਧਾਰਮਿਕ ਇਤਿਹਾਸਕ ਗ੍ਰੰਥਾਂ ਦੇ ਅੰਦਰ ਵੀ ਜਦੋਂ ਉੱਥੇ ਸੰਤ ਦਾਦੂ ਰਾਮ ਜੀ ਦੇ ਸੇਵਕ ਜਿਹੜੇ ਮੌਜੂਦਾ ਸਨ ਉਸ ਸਮੇਂ ਮਹੰਤ ਜੈਤ ਰਾਮ ਜੀ, ਜਦੋਂ ਉਹਨਾਂ ਨੇ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਭੋਜਨ ਲੰਗਰ ਛਕਾਉਣ ਵਾਸਤੇ, ਰਹੋ ਵਿਚਾਰ ਮੈਂ ਵਿਸਥਾਰ ਵਿੱਚ ਨਾ ਜਾਵਾਂ, ਸਤਿਗੁਰਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਦਾਦੂ ਦੁਆਰੇ ਉਹਨਾਂ ਵੈਸ਼ਨੋ ਸਾਧੂਆਂ ਦੇ ਕੋਲੇ ਭੋਜਨ ਪ੍ਰਸ਼ਾਦਾ ਛਕਣ ਵਾਸਤੇ ਗਏ। ਬਚਨ ਬਿਲਾਸ ਹੋਏ, ਬੜੀ ਸੇਵਾ ਕੀਤੀ ਉਹਨਾਂ ਸਾਧੂਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ, ਜਿੱਥੇ ਦਾਦੂ ਦੀ ਕਬਰ ਤੇ ਤੀਰ ਨਾਲ ਸਿਰ ਝੁਕਾਉਣ ਦਾ ਜਿਹੜਾ ਜ਼ਿਕਰ, ਮੱਥਾ ਟੇਕਣ ਦਾ ਜ਼ਿਕਰ ਇਤਿਹਾਸਕ ਸਾਖੀਆਂ ਵਿੱਚ ਆਉਂਦਾ, ਵਿਚਾਰ ਚੱਲਦੀ ਹੈ। ਗੁਰਮੁਖ ਪਿਆਰਿਓ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਇਸ ਦੇ ਦੁਆਰਾ ਉੱਥੇ ਗਿਆਨ ਬਖਸ਼ਿਆ ਗੁਰਸਿੱਖ ਸੰਗਤਾਂ ਨੂੰ, ਉਹ ਅਸੀਂ ਪੜ੍ਹਦੇ ਤੇ ਸੁਣਦੇ ਹਾਂ। ਪਰ ਮੈਂ ਜੋ ਬੇਨਤੀ ਕਰਨੀ ਚਾਹੁੰਦਾ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੜੀ ਸੇਵਾ ਕਰਕੇ ਰਿਝਾਉਣਾ ਕੀਤਾ, ਉਹਨਾਂ ਸਾਧੂਆਂ ਨੇ ਪ੍ਰਸੰਨ ਕੀਤਾ, ਸਤਿਗੁਰ ਬੜੇ ਪ੍ਰਸੰਨ ਹੋਏ ਤਾਂ ਸਤਿਗੁਰ ਨੇ ਬਚਨ ਕੀਤਾ, ਕਹਿਣ ਲੱਗੇ ਮਹਾਤਮਾਓ ਸਾਧੂਓ ਕੀ ਸਿਧਾਂਤ ਬਖਸ਼ਿਆ ਤੁਹਾਨੂੰ ਸੰਤ ਦਾਦੂ ਰਾਮ ਜੀ ਨੇ। ਅੱਜ ਦੇ ਸਮੇਂ ਦਾ ਜੋ ਵਰਤਾਰਾ ਵਰਤਦਾ ਤਾਂ ਅੱਗੋਂ ਜਿੰਨੇ ਵੈਸ਼ਨੋ ਸਾਧੂ ਸਨ ਦਾਦੂ ਦੁਆਰੇ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਾਨੂੰ ਮਹਾਤਮਾ ਸੰਤ ਦਾਦੂ ਰਾਮ ਜੀ ਨੇ ਜੋ ਸਿਧਾਂਤ ਬਖਸ਼ਿਆ ਕਿ ਦਾਦੂ ਸਮਾਂ ਵਿਚਾਰ ਕੇ ਕਲਕਾ ਲੀਜੈ ਭਾਏ, ਜੇ ਕੋ ਮਾਰੈ ਈਟ ਢੇਮ ਲੀਜੈ ਸੀਸ ਚੜਾਏ। ਕਹਿਣ ਲੱਗੇ ਸਾਨੂੰ ਇਹ ਸਿਧਾਂਤ ਦਿੱਤਾ ਕਿ ਜੇ ਕੋਈ ਮੁਖ ਤੇ ਚਪੇੜ ਮਾਰਦਾ ਤੇ ਉਹਨੂੰ ਆਪਣੇ ਸੀਸ ਤੇ ਪ੍ਰਵਾਨ ਕਰ ਲੈਣਾ, ਸਿਰ ਨਵਾ ਦੇਣਾ, ਅੱਗੋਂ ਜਵਾਬ ਨਹੀਂ ਦੇਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਹੁਣ ਕਲਯੁਗ ਦਾ ਵਰਤਾਰਾ ਵਰਤ ਰਿਹਾ, ਲੋਕ ਇੰਨੀ ਭਣਵਾਨਸੀ ਨਾਲ ਮੰਨਦੇ ਨਹੀਂ। ਗੁਰਮੁਖ ਪਿਆਰਿਓ ਜਦੋਂ ਵੀ ਕੋਈ ਬੰਦਾ ਨਿਮਰਤਾ ਦਿਖਾਉਂਦਾ ਤੇ ਦੂਸਰਾ ਸਮਝਦਾ ਕਿ ਸ਼ਾਇਦ ਮੇਰੇ ਤੋਂ ਡਰਦਾ, ਇਹ ਡਰਪੋਕ ਹੈ। ਝੁਕੇ ਹੋਏ ਮਨੁੱਖ ਦੇ ਹਰ ਬੰਦਾ ਮੋਢਿਆਂ ਤੇ ਸਵਾਰ ਹੋਣਾ ਚਾਹੁੰਦਾ, ਮੋਢਿਆਂ ਤੇ ਸਵਾਰ ਹੋਣਾ ਚਾਹੁੰਦਾ। ਆਪਾਂ ਆਮ ਕਹਾਵਤ ਵਿੱਚ ਗੁਰਮੁਖ ਪਿਆਰਿਓ ਪੰਜਾਬੀ ਦੀ ਕਹਾਵਤ ਆਪਾਂ ਪੜ੍ਹਦੇ ਹਾਂ ਪੰਜਾਬ ਵਿੱਚ ਔਰ ਪੰਜਾਬੋਂ ਬਾਹਰ ਵੀ ਜਿੱਥੇ ਗੁਰਸਿੱਖ ਭਰਾ ਵਸਦੇ ਆ ਉਹ ਵਰਤਦੇ ਆ ਕਿ ਗੁਰਮੁਖ ਪਿਆਰਿਓ ਕੋਈ ਬੰਦਾ ਪ੍ਰੇਮ ਦੇ ਨਾਲ ਜਾਂ ਨਿਮਰਤਾ ਦੇ ਨਾਲ ਜੇ ਕੋਈ ਸਿਰ ਝੁਕਾ ਦਿੰਦਾ, ਜਵਾਬ ਨਹੀਂ ਦਿੰਦਾ, ਤੇ ਜਿਹੜਾ ਮੂਰਖ ਮਨੁੱਖ ਆ ਉਹ ਕਹਿੰਦਾ ਮੇਰੇ ਤੋਂ ਡਰਦਾ ਹੈ, ਮੈਂ ਤਾਕਤਵਰ ਹਾਂ, ਮੇਰੇ ਤੋਂ ਡਰਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਕਲਯੁਗ ਦਾ ਵਰਤਾਰਾ, ਹੁਣ ਇਹ ਸਮਾਂ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਫਿਰ ਤੁਹਾਡਾ ਕੀ ਸਿਧਾਂਤ ਹੈ? ਤਾਂ ਫਿਰ ਸਤਿਗੁਰੂ ਨੇ ਜੋ ਬਚਨ ਕੀਤੇ ਆਖਿਆ ਦਾਦੂ ਸਮਾਂ ਵਿਚਾਰ ਕੇ ਕਲਕਾ ਲੀਜੈ ਭਾਏ, ਜੇ ਕੋ ਮਾਰੈ ਈਟ ਢੇਮ ਪਾਥਰ ਹਨੈ ਰਸਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡਾ ਤੇ ਸਿਧਾਂਤ ਆ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ, ਇੱਟ ਦਾ ਜਵਾਬ ਪੱਥਰ ਦੇ ਨਾਲ। ਤਾਂ ਹੀ ਸਤਿਗੁਰੂ ਨੇ ਸ਼ਸਤਰ ਧਾਰੀ ਖਾਲਸਾ ਸਾਜਿਆ। ਜਦੋਂ ਸ਼ਾਂਤਮਈ ਗੁਰਮੁਖ ਪਿਆਰਿਓ ਸ਼ਹਾਦਤਾਂ ਹੋਈਆਂ, ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ ਤੇ ਜਹਾਂਗੀਰ ਬਾਦਸ਼ਾਹ ਨੇ ਬਿਠਾਇਆ ਤਾਂ ਛੇਵੇਂ ਪਾਤਸ਼ਾਹ ਨੇ ਮੇਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਸਰਮੌਰ ਤਖਤ ਸਿੱਖ ਜਗਤ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸ੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ
ਸ਼ਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗੁਰੂ